ਹਾਲੇ ਵੀ ਕਈ ਬੱਚੇ ਨੇ ਜਿਨ੍ਹਾਂ ਦੀ ਇਨਕੁਆਇਰੀਜ਼ ਇਹੀ ਨੇ ਕਿ ਸਾਡੀ ਰਿਫਿਊਜ਼ਲ ਆਉਂਦੀ ਹੈ, ਚਾਹੇ ਫਾਈਲ ਪੂਰੀ ਸਹੀ ਹੋਵੇ ਬਟ ਫਿਰ ਵੀ ਤਾਂ ਰੀਜ਼ਨਸ ਤੁਹਾਡੇ ਕੋਲ ਕੀ ਆਉਂਦੇ ਨੇ? ਜਦੋਂ ਕੰਟਰੀ ਕਹਿੰਦੀ ਕਿ ਇੱਥੇ ਆ ਕੇ ਕੰਮ ਕਰਕੇ ਸੈਟਲ ਹੋ ਜਾਓ ਤੇ ਮੈਂ ਇੱਕ ਬੰਨੇ ਲਿਖ ਕੇ ਦੱਸਦਾ ਪਿਆ ਜੀ ਮੈਂ ਵਾਪਸ ਇੰਡੀਆ ਆ ਕੇ ਆ ਕੰਮ ਕਰਨਾ, ਉਹ ਆਪਸ 'ਚ ਇਨਫੋਰਮੇਸ਼ਨ ਕੰਟਰਡਿਕਸ਼ਨ ਹੈ। ਜਦੋਂ ਮੈਂ 12ਵੀਂ ਮੈਡੀਕਲ 'ਚ ਕੀਤੀ ਹੈ ਜਾਂ ਮੈਂ ਜੀਐਨਐਮ ਨਰਸਿੰਗ ਜਾਂ ਬੀਐਸਸੀ ਨਰਸਿੰਗ ਕੀਤੀ ਹੈ, अर्ली चाइल्डहुड एजुकेशन इज़ नॉट द राइट कोर्स। कदे नहीं होया सी पंजाब तो स्पाउस केस कैनेडा इकट्ठा जा रहा, जबकि लास्ट मंथ आप वो भी रिजल्ट लै चुके हैं। सो जिवें पहला गल की, एक क्लीयर कट इंडिकेशन है दैट दिस ईयर बिलोंग्स टू कैनेडा। आइल्स क्योंकि ज़्यादा सुनिया बट पीटी फिर कहते कि पीटी ना शायद नहीं वो चीज़ बनती जो आइल्स ना बनती है, ये की है मतलब ये क्यों इदा कहते हैं? ਪ੍ਰੈਫਰੈਂਸ ਆਪਣੀ ਆਇਲਸ ਦੀ ਰੱਖੋ। ਪੀਟੀ ਦੇ ਨਾਲ ਯੈਸ ਕਰ ਸਕਦੇ ਹੋ ਬਟ ਕਿਤੇ ਨਾ ਕਿਤੇ ਰਿਜ਼ਲਟਸ ਤੁਹਾਡੇ ਪੀਟੀ ਦੇ ਨਾਲ ਜਿਹੜੇ ਹੈਗੇ ਆ ਉਹ ਉਹਨੇ ਤੁਹਾਡੇ ਫੇਵਰ 'ਚ ਨਹੀਂ ਹੋਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ, ਮੈਂ ਅਮਨਪ੍ਰੀਤ ਕੌਰ। ਅੱਜ ਅਸੀਂ ਪਹੁੰਚੇ ਹਾਂ ESS ਗਲੋਬਲ ਦੇ ਆਫਿਸ। ਪਿਛਲੀ ਵਾਰੀ ਜਦੋਂ ਅਸੀਂ ਗੱਲ ਕੀਤੀ ਸੀ ਤਾਂ ਅਸੀਂ ਕੈਨੇਡਾ ਦੇ ਵਿੱਚ ਰਿਫਿਊਜ਼ਲ ਕੇਸਿਸ ਜਿਹੜੇ ਆਉਂਦੇ ਨੇ ਉਹਨਾਂ ਦੀ ਗੱਲ ਕੀਤੀ ਸੀ ਤੇ ਅੱਜ ਵੀ ਉਸੇ ਨੂੰ ਕੰਟੀਨਿਊ ਕਰਾਂਗੇ। ਮੇਰੇ ਨਾਲ ਬੈਠੇ ਨੇ ਵਿਕਰਮਜੀਤ ਸਿੰਘ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜੀ। ਅਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਰ, ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਰਿਫਿਊਜ਼ਲ ਕੇਸਿਸ ਦੀ, ਬਹੁਤ ਸਾਰੇ ਕੁਐਸਚਨਸ ਆਏ ਸਾਨੂੰ ਪੁੱਛੇ ਕਿ ਕਿਉਂ ਆਉਂਦੇ ਨੇ, ਪਰ ਅੱਜ ਵੀ ਉਸੇ ਨੂੰ ਕੰਟੀਨਿਊ ਕਰਾਂਗੇ ਕਿ ਹਾਲੇ ਵੀ ਕਈ ਬੱਚੇ ਨੇ ਜਿਨ੍ਹਾਂ ਦੀ ਇਨਕੁਆਇਰੀਜ਼ ਇਹੀ ਨੇ ਕਿ ਸਾਡੀ ਰਿਫਿਊਜ਼ਲ ਆਉਂਦੀ ਹੈ, ਚਾਹੇ ਫਾਈਲ ਪੂਰੀ ਸਹੀ ਹੋਵੇ ਬਟ ਫਿਰ ਵੀ ਤਾਂ ਰੀਜ਼ਨਸ ਤੁਹਾਡੇ ਕੋਲ ਕੀ ਆਉਂਦੇ ਨੇ? ਦੇਖੋ ਜੀ, ਜਿਵੇਂ ਮੈਂ ਲਾਸਟ ਸ਼ੋਅ 'ਚ ਕਿਹਾ ਸੀਗਾ ਕਿ ਜਦੋਂ ਆਪਾਂ ਕੈਨੇਡਾ ਅਪਲਾਈ ਕਰਦੇ ਹਾਂ, ਕੈਨੇਡਾ ਅਪਲਾਈ ਕਰਨ ਤੋਂ ਬਾਅਦ ਬੱਚੇ ਨੂੰ ਉੱਥੇ ਕੋਈ ਇੰਟਰਵਿਊ ਦਾ ਮੌਕਾ ਮਿਲਦਾ ਨਹੀਂ। ਐਂਡ ਐਪਲੀਕੇਸ਼ਨ ਦੀ ਗੱਲ ਕੀਤੀ ਸੀ ਕਿ ਬੜੇ ਵਧੀਆ ਪ੍ਰੋਫਾਈਲਸ ਵੀ ਆਉਂਦੇ ਆ। ਮੈਨੂੰ ਯਾਦ ਆ ਲਾਸਟ ਸ਼ੋਅ 'ਚ ਤੁਹਾਡੇ ਮੈਂ ਪ੍ਰੋਫਾਈਲ ਡਿਸਕਸ ਵੀ ਕੀਤੀ ਸੀਗੀ ਕਿ ਬੱਚੇ ਦੇ 12ਵੀਂ ਕੀਤੀ ਸੀਗੀ, ਚੰਗੇ ਭਲੇ ਬੈਂਡ ਸੀਗੇ, ਚੰਗੇ ਭਲੇ ਨੰਬਰ ਤੋਂ ਬਾਵਜੂਦ ਉਹਦਾ ਵੀਜ਼ਾ ਰਿਫਿਊਜ਼ ਹੋਇਆ ਸੀਗਾ ਐਂਡ ਕੰਪੈਰੀਜ਼ਨ 'ਚ ਉਹਦੇ ਫਰੈਂਡਸ ਦੇ ਵੀਜ਼ੇ ਲੱਗ ਗਏ ਸੀਗੇ। ਸੋ ਜਦੋਂ ਡੈਪਥ ਵਿੱਚ ਜਾਂਦੇ ਆ, ਉਹ ਇੱਕੋ ਚੀਜ਼ ਹੈਗੀ ਆ ਕਿ ਜਿਵੇਂ ਮੈਂ ਲਾਸਟ ਸ਼ੋਅ 'ਚ ਗੱਲ ਕੀਤੀ ਸੀਗੀ, SOP ਜਿਹੜੀ ਹੁੰਦੀ ਹੈ ਉਹ ਐਪਲੀਕੇਸ਼ਨ ਦੀ ਜਾਨ ਹੁੰਦੀ ਹੈ, ਰੀੜ ਦੀ ਹੱਡੀ ਹੁੰਦੀ ਹੈ SOP। ਹੁਣ SOP ਵਿੱਚ ਕੀ ਹੈ ਕਿ ਕਈ ਵਾਰ ਚੀਜ਼ਾਂ ਦੇਖਣ ਨੂੰ ਸਾਹਮਣੇ ਇਹ ਆਉਂਦੀਆਂ ਕਿ ਜਿਹੜੀ SOP ਤਿਆਰ ਹੁੰਦੀ ਹੈ, ਜਿਹੜੇ ਬੱਚੇ ਮਾਰਕੀਟ 'ਚੋਂ ਰਿਫਿਊਜ਼ਲਸ ਲੈ ਕੇ ਸਾਡੇ ਕੋਲ ਆਉਂਦੇ ਆ, ਜਿਹੜੀ SOP ਤਿਆਰ ਹੁੰਦੀ ਉਹ ਬੱਚੇ ਆਪ ਕਹਿੰਦੇ ਕਿ ਭਾਜੀ SOP ਅਸੀਂ ਆਪਣੀ ਆਪ ਬਣਾਈ ਸੀ ਜਾਂ ਮਾੜੀ ਮੋਟੀ ਐਡੀਟਿੰਗ ਜਿਹੜੀ ਸੀਗੀ ਸਾਡੇ ਕੰਸਲਟੈਂਟ ਨੇ ਕਰਤੀ, ਬਟ ਸਾਰੀ ਜਿਹੜੀ SOP ਵਿੱਚ ਜੋ ਵੀ ਕੰਮ ਕੀਤਾ ਸੀ ਅਸੀਂ ਆਪ ਕੀਤਾ ਸੀਗਾ। ਐਂਡ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਜਿਹੜੇ ਬੱਚੇ ਨੇ ਹੁਣੇ 12ਵੀਂ ਕੀਤੀ ਹੈ ਜਾਂ ਸਾਲ ਪਹਿਲਾਂ 2 ਸਾਲ ਪਹਿਲਾਂ 12ਵੀਂ ਕੀਤੀ ਹੈ ਜਾਂ ਜਿਹਨੇ ਹੁਣੇ ਆਪਣੀ ਗ੍ਰੈਜੂਏਸ਼ਨ ਕੀਤੀ ਹੈ, ਉਹ ਆਪਣੀ SOP ਆਪ ਤਿਆਰ ਕਰ ਲੂਗਾ। ਐਂਡ ਸਭ ਤੋਂ ਵੱਡਾ ਮੇਜਰ ਜਿਹੜਾ ਬੈਕਡਰਾ ਦੇਖਣ ਨੂੰ ਆਉਂਦਾ SOPs 'ਚ, ਉਹ ਇਹ ਦੇਖਣ ਨੂੰ ਆਉਂਦਾ ਕਿ ਬੜੀ ਬੇਸਿਕ ਜੀ SOP ਬਣੀ ਹੁੰਦੀ ਹੈ। ਲਿਖਿਆ ਹੁੰਦਾ ਕਿ ਆ ਮੇਰਾ ਨਾਮ ਹੈ, ਆ ਮੇਰੀ ਕੁਆਲੀਫਿਕੇਸ਼ਨ ਹੈ, ਆ ਮੈਂ ਲਾਸਟ ਈਅਰ ਆਪਣੀ 12ਵੀਂ ਕੀਤੀ, ਗ੍ਰੈਜੂਏਸ਼ਨ ਕੀਤੀ ਹੈ, ਮੈਂ ਕੈਨੇਡਾ ਚੱਲਿਆ ਜੀ, ਆਹ ਕੋਰਸ ਕਰਨ ਚੱਲੇ ਆ, ਆਹ ਕਾਲਜ ਕਰਨ ਚੱਲੇ ਆ ਅਤੇ ਆਹ ਵਾਲਾ ਕੋਰਸ ਕਰਕੇ ਆਹ ਕਾਲਜ 'ਚ ਪੜ੍ਹ ਕੇ ਮੈਂ ਆਹ ਵਾਲਾ ਕੰਮ ਇੰਡੀਆ ਆ ਕੇ ਕਰਨਾ। ਇਹ ਸਭ ਤੋਂ ਵੱਡਾ ਪੁਆਇੰਟ ਹੈ ਕਿ ਮੈਂ ਇੰਡੀਆ ਆ ਕੇ ਆਹ ਕੰਮ ਕਰਨਾ। ਐਂਡ ਕੈਨੇਡਾ ਉਹ ਕੰਟਰੀ ਹੈ ਜਿਹੜੀ ਜਿੱਥੇ ਦੀ ਸਰਕਾਰ ਆਪ ਕਹਿੰਦੀ ਹੈ ਕਿ ਕੈਨੇਡਾ ਆਓ, ਪੜ੍ਹੋ, ਕੰਮ ਕਰੋ ਅਤੇ ਸੈਟਲ ਹੋ ਜਾਓ। ਜਦੋਂ ਕੰਟਰੀ ਕਹਿੰਦੀ ਕਿ ਇੱਥੇ ਆ ਕੇ ਕੰਮ ਕਰਕੇ ਸੈਟਲ ਹੋ ਜਾਓ ਅਤੇ ਮੈਂ ਇੱਕ ਬੰਨੇ ਲਿਖ ਕੇ ਦੱਸਦਾ ਪਿਆ ਜੀ ਮੈਂ ਵਾਪਸ ਇੰਡੀਆ ਆ ਕੇ ਆਹ ਕੰਮ ਕਰਨਾ, ਉਹ ਆਪਸ 'ਚ ਇਨਫੋਰਮੇਸ਼ਨ ਕੰਟਰਡਿਕਸ਼ਨ ਹੈ ਕਿ ਉਹ ਬਿਆਨ ਜੋ ਕੰਟਰੀ ਕਹਿ ਰਹੀ ਹੈ ਐਂਡ ਜੋ ਬੱਚਾ ਕਹਿੰਦਾ ਪਿਆ ਉਹ ਬਿਆਨ ਆਪਸ 'ਚ ਕਿਤੇ ਮੈਚ ਸ਼ਾਇਦ ਨਹੀਂ ਕਰਦੇ ਪਏ, ਜਿਸ ਕਰਕੇ ਉੱਥੇ ਰਿਫਿਊਜ਼ਲਸ ਆਉਂਦੀ ਹੈ। ਐਂਡ ਜਦਕਿ ਜਦੋਂ ਮੈਂ ESS ਦੀ ਗੱਲ ਕਰ ਲਾਂ, ਸਾਡੀ ਕਿਸੇ ਵੀ SOP 'ਚ ਕਿਤੇ ਲਿਖਿਆ ਨਹੀਂ ਹੁੰਦਾ ਕਿ ਬੱਚਾ ਵਾਪਸ ਇੰਡੀਆ ਆ ਕੇ ਆਹ ਕੰਮ ਕਰੂਗਾ, ਕਿਉਂਕਿ ਗਵਰਨਮੈਂਟ ਕਹਿੰਦੀ ਪਈ ਹੈ ਕਿ ਤੁਸੀਂ ਇੱਥੇ ਆ ਕੇ ਪੜ੍ਹੋ, ਪੜ੍ਹ ਕੇ ਕੰਮ ਕਰੋ, ਕੰਮ ਕਰਕੇ ਸੈਟਲ ਵਾਲੇ ਪਾਸੇ ਹੋ ਜਾਓ, ਕਿਉਂਕਿ ਇਹ ਕੈਨੇਡੀਅਨ ਗਵਰਨਮੈਂਟ ਦਾ ਉਹ ਸਲੋਗਨ ਨਾਰਾ ਹੈਗਾ ਸਟੱਡੀ ਵਰਕ ਐਂਡ ਸੈਟਲ। ਓਕੇ, ਸੋ ਇਹੀ ਗੱਲ ਪਿਛਲੀ ਵਾਰੀ ਜਦੋਂ ਅਸੀਂ ਕੀਤੀ ਸੀਗੀ ਕਿ ਇੱਕ ਲਾਈਨ ਲਿਖੀ ਹੁੰਦੀ ਹੈ ਕਿ ਤੁਸੀਂ ਵਾਪਸ ਨਹੀਂ ਆਉਣਾ। ਇਹਦੇ ਵਿੱਚ ਫਿਰ ਕਿਤੇ ਐਮਬੈਸੀ ਦਾ ਵੀ ਲਿੰਕ ਹੁੰਦਾ ਹੈ, ਕਿਉਂਕਿ ਕਿਤੇ ਨਾ ਕਿਤੇ ਫਾਈਲ ਦੇ ਵਿੱਚ ਉਹ ਗਲਤ ਇਨਫੋਰਮੇਸ਼ਨ ਚੱਲ ਜਾਂਦੀ ਹੈ ਜਿਹਦੇ ਕਰਕੇ ਰਿਫਿਊਜ਼ਲ ਆ ਜਾਂਦੀ ਹੈ। ਦੇਖੋ, ਐਮਬੈਸੀ ਦਾ ਹੁਣ ਜਦੋਂ ਆਪਾਂ ਕਿਸੇ ਵੀ ਕੰਟਰੀ ਦੇ ਵੀਜ਼ਾ ਅਪਲਾਈ ਕਰਦੇ ਹਾਂ, ਹੁਣ ਫੋਰ ਐਗਜ਼ਾਮਪਲ ਤੁਹਾਡੇ ਘਰੇ ਕੋਈ ਆਇਆ, ਘਰ ਦੇ ਬਾਹਰ ਉਹਨੇ ਆ ਕੇ ਬੈਲ ਮਾਰੀ ਹੈ, ਤੁਸੀਂ 4 ਸਵਾਲ ਤਾਂ ਕਰੋਗੇ ਨਾ ਕਿ ਬਈ ਕੌਣ ਹੋ, ਕਿੱਥੋਂ ਆਏ ਹੋ, ਕਿਹਨੂੰ ਮਿਲਣਾ ਅਤੇ ਕੀ ਕੰਮ ਹੈ। ਹੁਣ ਇਹੀ ਬੇਸਿਕ ਸੇਮ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਹਾਂ। ਆਪਾਂ ਵੀਜ਼ਾ ਅਪਲਾਈ ਕਰ ਰਹੇ ਹਾਂ ਕਿ ਆਪਾਂ ਉਸ ਕੰਟਰੀ 'ਚ ਐਂਟਰੀ ਚਾਹੁੰਦੇ ਹਾਂ। ਹੁਣ ਜਦੋਂ ਆਪਾਂ ਐਂਟਰੀ ਚਾਹੁੰਦੇ ਹਾਂ
ਭਾਵੇਂ ਜੇ ਮੈਂ ਗੱਲ ਕਰ ਲਾਂ ਆਸਟ੍ਰੇਲੀਆ ਦੀ ਜਾਂ ਗੱਲ ਕਰ ਲਾਂ ਯੂਕੇ ਦੀ ਜਾਂ ਗੱਲ ਕਰ ਲਾਂ ਕੈਨੇਡਾ ਦੀ, ਹਰ ਕੰਟਰੀ ਨੇ ਇੱਕੋ ਚੀਜ਼ ਦੇਖਣੀ ਹੈ ਕਿ ਜਿਹੜਾ ਬੱਚਾ ਮੇਰੇ ਕੋਲ ਪੜ੍ਹਨ ਦੇ ਲਈ ਆਂਦਾ ਪਿਆ, ਉਹ ਅਪਲਾਈ ਕਰਦਾ ਪਿਆ ਸਟੂਡੈਂਟ ਵੀਜ਼ਾ, ਪੜ੍ਹਨ ਦਾ ਵੀਜ਼ਾ ਅਪਲਾਈ ਕਰ ਰਿਹਾ, ਕੀ ਉਹ ਵਾਕਈ 'ਚ ਸਟੂਡੈਂਟ ਹੈਗਾ, ਕੀ ਉਹਦੀ ਇੰਟੈਂਸ਼ਨ ਇੱਥੇ ਆ ਕੇ ਪੜ੍ਹਨ ਦੀ ਹੈਗੀ ਹੈ। ਜੇ ਉਹ ਵਾਕਈ ਸਟੂਡੈਂਟ ਆ, ਉਹਦੀ ਪੜ੍ਹਨ ਦੀ ਇੰਟੈਂਸ਼ਨ ਆ, ਉਹਦੀ ਫਾਈਲ, ਉਹਦੀ SOP ਉਹ ਚੀਜ਼ ਜਸਟੀਫਾਈ ਕਰਨੀ ਚਾਹੀਦੀ ਹੈ। ਜੇ ਉਹ ਜਸਟੀਫਾਈ ਬੱਚਾ ਆਪਣੀ SOP ਤੇ ਨਹੀਂ ਕਰ ਪਾਇਆ ਕਿ ਮੈਂ ਜੈਨੂਇਨ ਸਟੂਡੈਂਟ ਹੈਗਾ, ਉੱਥੇ ਉਹਦੀ ਰਿਫਿਊਜ਼ਲ ਆਉਂਦੀ ਹੈ। ਓਕੇ, ਸੋ ਮੇਨਲੀ ਕੈਨੇਡਾ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਕੈਨੇਡਾ 'ਚ ਹੁਣ ਜਿਸ ਤਰ੍ਹਾਂ ਬੱਚੇ ਕਈਆਂ ਨੇ ਹੁਣ ਵੀਜ਼ੇ ਲਗਾਉਣੇ ਨੇ ਜਾਂ ਕਈ ਪਹਿਲਾਂ ਲਗਾ ਚੁੱਕੇ ਨੇ, ਕਈਆਂ ਦੀ ਰਿਫਿਊਜ਼ਲ ਵੀ ਆਈ ਆ, ਤਾਂ ਵੀਜ਼ਾ ਜਦੋਂ ਲਗਵਾਉਣਾ ਹੈ ਕੀ ਚੀਜ਼ਾਂ ਧਿਆਨ 'ਚ, ਕਿਹੜੇ ਪੇਪਰ ਚਾਹੀਦੇ ਨੇ, ਕੀ ਚੀਜ਼ਾਂ ਜਿਹੜੇ ਮੇਨਲੀ ਧਿਆਨ 'ਚ ਰੱਖਣੀਆਂ ਤਾਂ ਕਿ ਰਿਫਿਊਜ਼ਲ ਦੇ ਚਾਂਸਸ ਘੱਟ ਹੋਣ। ਦੇਖੋ ਹੁਣ ਇਹਨੂੰ ਮੈਂ ਜੋੜਨ ਲੱਗਾ ਤੁਹਾਡੀ ਕਨਵਰਸੇਸ਼ਨ ਨੂੰ, ਇੱਕ ਹੋਰ ਚੀਜ਼ ਨਾਲ ਜੋੜਨ ਲੱਗਿਆ। ਹੁਣ ਜਦੋਂ ਸਾਡੇ ਕੋਲ ਸਟੂਡੈਂਟ ਆਉਂਦੇ ਆ, ਹੁਣ ਮੋਸਟਲੀ ਜਿਹੜੇ ਬੱਚੇ 12ਵੀਂ ਕੀਤੀ, ਗ੍ਰੈਜੂਏਸ਼ਨ ਕੀਤੀ, ਪੰਜਾਬੀਆਂ ਦੀ ਪਹਿਲੀ ਪਸੰਦ ਉਹ ਸਭ ਨੂੰ ਪਤਾ ਕੈਨੇਡਾ ਹੀ ਹੈਗੀ ਆ। ਹੁਣ ਜਦੋਂ ਬੱਚੇ ਕੈਨੇਡਾ ਦੀ ਗੱਲ ਕਰਦੇ ਹੈਗੇ ਆ, ਬੈਕ ਆਫ ਦਾ ਮਾਈਂਡ ਉਹਨਾਂ ਦੇ 2 ਸ਼ਹਿਰ ਚੱਲਦੇ ਹੁੰਦੇ ਆ, ਟੋਰੰਟੋ ਜਾਣਾ ਜੀ, ਬਰੈਂਪਟਨ ਜਾਣਾ, ਵੈਨਕੂਵਰ ਜਾਣਾ, ਸਰੀ ਜਾਣਾ। ਕਿਉਂ? ਕਿਉਂਕਿ ਇੱਥੇ ਮੇਰੇ ਫਰੈਂਡ ਗਏ ਆ, ਰਿਸ਼ਤੇਦਾਰ ਗਏ ਆ, ਮੇਰਾ ਸਕਾ ਸੰਬੰਧੀ ਉੱਥੇ ਬੈਠਾ, ਕਿ ਮੈਨੂੰ ਉੱਥੇ ਜਾ ਕੇ ਸੰਬੰਧੀ ਕਿਤੇ ਪ੍ਰੋਬਲਮ ਨਹੀਂ ਆਣੀ, ਕਿ ਮੈਂ ਆਪਣੇ ਘਰੋਂ ਉੱਠੂੰਗਾ ਤੇ ਆਪਣੇ ਘਰੇ ਚੱਲ ਜਾਊਂਗਾ। ਹੁਣ ਇੱਥੇ ਪ੍ਰੋਬਲਮ ਕੀ ਆਉਂਦੀ ਕਿ ਜਦੋਂ ਆਪਾਂ ਸਪੈਸੀਫਿਕ ਆਪਣੀ ਲੋਕੇਸ਼ਨ ਦੇ ਨਾਲ ਆਨੇ ਆ, ਤੁਸੀਂ ਜਿਹੜੇ ਮਰਜ਼ੀ ਕੰਸਲਟੈਂਟ ਕੋਲ ਜਾਓ, ਤੁਸੀਂ ਉਹਨਾਂ ਲਈ ਤੁਰਦੇ ਫਿਰਦੇ ਪੈਸੇ ਹੈਗੇ ਹੋ, ਤੁਹਾਨੂੰ ਕਿਸੇ ਨੇ ਮਨਾ ਨਹੀਂ ਕਰਨਾ, ਕਿਉਂਕਿ ਤੁਸੀਂ ਜੇ ਕਿਸੇ ਕੋਲ ਅਪਲਾਈ ਕਰੋਗੇ, ਉਹਨੇ ਆਪਣੀ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਤਾਂ ਲੈਣੀ ਹੈਗੀ ਹੈ। ਹੁਣ ਤੁਸੀਂ ਜੇ ਕਿਸੇ ਨੂੰ ਕਿਹਾ ਜੀ ਮੈਂ ਫਲਾਣੀ ਸ਼ਹਿਰ ਜਾਣਾ, ਉਸ ਬੰਦੇ ਨੇ ਕਹਿਣਾ ਜੀ ਹਾਂਜੀ ਆਹ ਕਾਲਜ ਹੈ, ਇੱਥੇ ਆਹ ਕੋਰਸ ਪਿਆ, ਤੁਸੀਂ ਇੱਥੇ ਐਡਮਿਸ਼ਨ ਲੈ ਸਕਦੇ ਹੋ। ਹੁਣ ਐਗਜ਼ਾਮਪਲ ਦਿੰਨਾ ਪਿਆ, ਕੈਨੇਡਾ 'ਚ ਇੱਕ ਕੋਰਸ ਹੈ, ਬੜਾ ਮਸ਼ਹੂਰ ਕੋਰਸ ਹੈ, ਵਿਚ ਇਜ਼ ਅਰਲੀ ਚਾਈਲਡਹੁੱਡ ਐਜੂਕੇਸ਼ਨ। ਬਹੁਤ ਵਾਰ ਦੇਖਣ ਨੂੰ ਇਹ ਆਇਆ ਕਿ ਸਾਡੇ ਕੋਲ ਬੜੇ ਬੱਚੇ ਇਸ ਕੋਰਸ ਦੀ ਰਿਜੈਕਸ਼ਨ ਲੈ ਕੇ ਆਏ ਆ, ਐਂਡ ਉਹ ਕੋਰਸ ਬੱਚੇ ਇਹ ਵਾਲਾ ਕੋਰਸ ਜਦੋਂ ਬੱਚੇ ਨੇ ਲਿਆ, ਉਹਦੀ ਅਕੈਡਮਿਕ ਬੈਕਗ੍ਰਾਉਂਡ ਕੀ ਸੀਗੀ? ਬੱਚੇ ਨੇ GNM ਨਰਸਿੰਗ ਕੀਤੀ ਹੈ, ਬੱਚੇ ਨੇ BSc ਨਰਸਿੰਗ ਕੀਤੀ ਹੈ, ਬੱਚੇ ਨੇ 12ਵੀਂ ਮੈਡੀਕਲ 'ਚ ਕੀਤੀ ਹੈ, ਐਂਡ ਹਰ ਉਹ ਬੱਚੇ ਨੂੰ ਆਹ ਵਾਲਾ ਕੋਰਸ ਲੈ ਕੇ ਦਿੱਤਾ ਗਿਆ। ਹਾਂ, ਮੈਂ ਨਹੀਂ ਕਹਿੰਦਾ ਇਸ ਕੋਰਸ 'ਚ ਵੀਜ਼ੇ ਨਹੀਂ ਆਉਂਦੇ ਆ, ਬਟ ਉਹ 10 ਚੋਂ 100 ਚੋਂ 5 ਜਾਂ 7 ਵੀਜ਼ੇ ਆਉਂਦੇ ਆ, 100 ਪਿੱਛੋਂ 5-7 ਵੀਜ਼ੇ ਇਸ ਕੋਰਸ 'ਚ ਇਸ ਪ੍ਰੋਫਾਈਲ ਦੇ ਆਉਂਦੇ ਆ, ਐਂਡ ਬਾਕੀ ਰਿਫਿਊਜ਼ਲਸ ਆਉਂਦੀਆਂ। ਹੁਣ ਜਦੋਂ ਮੈਂ 12ਵੀਂ ਮੈਡੀਕਲ 'ਚ ਕੀਤੀ ਹੈ ਜਾਂ ਮੈਂ GNM ਨਰਸਿੰਗ ਜਾਂ BSc ਨਰਸਿੰਗ ਕੀਤੀ ਹੈ, ਅਰਲੀ ਚਾਈਲਡਹੁੱਡ ਐਜੂਕੇਸ਼ਨ ਇਜ਼ ਨਾਟ ਦਾ ਰਾਈਟ ਕੋਰਸ, ਕਿਉਂਕਿ ਅਰਲੀ ਚਾਈਲਡਹੁੱਡ ਐਜੂਕੇਸ਼ਨ ਉਹ ਕੋਰਸ ਹੈਗਾ ਜਿਹੜਾ ਉੱਥੇ ਜਾ ਕੇ ਛੋਟੇ ਬੱਚਿਆਂ ਨੂੰ ਸਾਂਭਣ ਦਾ, ਜਿਵੇਂ ਇੱਥੇ ਕਿੰਡਰਗਾਰਟਨ ਸਕੂਲਸ ਹੁੰਦੇ ਆ, ਛੋਟੇ ਬੱਚਿਆਂ ਜਿੱਥੇ ਜਾ ਕੇ ਪੜ੍ਹਦੇ ਹੈਗੇ, ਉਹਨਾਂ ਨੂੰ ਸਾਂਭਣ ਵਾਲਾ ਕੋਰਸ ਹੈ। ਹੁਣ ਜਿਹੜੇ ਬੱਚੇ ਨੇ ਆਪ 12ਵੀਂ ਮੈਡੀਕਲ 'ਚ ਹੁਣੇ ਪਾਸ ਕੀਤੀ ਹੈ, ਜਿਹੜਾ ਆਪ ਜਵਾਕ ਹੈ, ਮਤਲਬ 18, 19, 20 ਸਾਲ ਉਮਰ ਹੈ, ਤੁਸੀਂ ਕਿਵੇਂ ਐਕਸਪੈਕਟ ਕਰ ਲੋਗੇ ਕਿ ਕੋਈ ਕੈਨੇਡੀਅਨ ਸਿਟੀਜ਼ਨ ਆਪਣੇ ਬੱਚੇ ਨੂੰ ਸਾਂਭਣ ਦੀ ਜ਼ਿੰਮੇਵਾਰੀ ਉਸ ਬੰਦੇ ਨੂੰ ਦਊਗਾ ਜਿਹਨੂੰ ਬੱਚੇ ਨੂੰ ਸਾਂਭਣ ਦੀ ਨੌਲੇਜ ਵੀ ਹੈ ਨਹੀਂ, ਤਜਰਬਾ ਵੀ ਹੈ ਨਹੀਂ। ਐਂਡ ਜਿਹੜੇ ਬੱਚੇ ਨੇ GNM ਨਰਸਿੰਗ ਜਾਂ BSc ਨਰਸਿੰਗ ਕਰਕੇ ਇੱਥੇ ਐਜ਼ ਏ ਸਟਾਫ ਨਰਸ ਕੰਮ ਕਰ ਰਿਹਾ, ਕਿ ਉਹ ਬਿਮਾਰ ਬੰਦਿਆਂ ਨੂੰ ਸਾਂਭਣ ਦਾ ਕੰਮ ਕਰ ਰਿਹਾ, ਬਜ਼ੁਰਗਾਂ ਨੂੰ ਸਾਂਭਣ ਦਾ ਕੰਮ ਕਰ ਰਿਹਾ, ਹਾਊ ਕੈਨ ਵੀ ਐਕਸਪੈਕਟ ਕਿ ਉਹ ਛੋਟੇ ਬੱਚਿਆਂ ਨੂੰ ਸਾਂਭਣ ਵਾਲਾ ਕੋਰਸ ਕਰਨ ਜਾ ਰਹੇ ਹੈਗੇ ਆ, ਕਿ ਉਹ ਦੋਵੇਂ ਚੀਜ਼ਾਂ ਆਪਸ 'ਚ ਮੈਚ ਨਹੀਂ ਕਰਦੀਆਂ। ਜਿਸ ਕਰਕੇ ਕੋਰਸ ਸਿਲੈਕਸ਼ਨ ਪਹਿਲੀ ਚੀਜ਼ ਆ ਗਈ, ਐਂਡ ਕੋਰਸ ਸਿਲੈਕਸ਼ਨ ਤੋਂ ਬਾਅਦ ਉਹਦੀ ਜਸਟੀਫਿਕੇਸ਼ਨ ਕਿ ਮੈਂ ਕੋਰਸ ਕਿਉਂ ਲਿਆ ਐਂਡ ਮੇਰੀ ਇੰਟੈਂਸ਼ਨ ਕੋਰਸ ਦੀ ਕੀ ਹੈ, ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਓਕੇ, ਸੋ ਇੱਕ ਹੋਰ ਗੱਲ ਜਿਹੜੀ ਕਿ ਹੁਣ ਬਾਕੀ ਕੰਟਰੀਜ਼ ਨੇ, ਆਸਟ੍ਰੇਲੀਆ ਜਾਂ UK, ਉਹਨਾਂ ਦੇ ਵਿੱਚ ਸਖਤਾਈ ਕਰ ਦਿੱਤੀ ਗਈ ਹੈ ਹਨਾ ਕਈ ਚੀਜ਼ਾਂ ਨੂੰ ਲੈ ਕੇ, ਤਾਂ ਉਹਦਾ ਅਸਰ ਕਿਤੇ ਕੈਨੇਡਾ ਜਾਣ ਤੇ ਵੀ ਪੈਂਦਾ ਹੈ? ਆਸਟ੍ਰੇਲੀਆ ਦੀ ਜੇ ਮੈਂ ਗੱਲ ਕਰ ਲਾਂ, ਮਤਲਬ ਇਸ ਸਾਲ ਦੇ ਵਿੱਚ, ਮਤਲਬ ਆਪਾਂ ਮਈ ਦੇ ਵਿੱਚ ਬੈਠੇ ਹੈਗੇ ਆ, ਜੈਨ, ਫੈਬ, ਮਾਰਚ, ਅਪ੍ਰੈਲ, 4 ਮਹੀਨਿਆਂ 'ਚ ਆਸਟ੍ਰੇਲੀਆ ਨੇ ਬਹੁਤ ਜ਼ਿਆਦਾ ਤਬਦੀਲੀਆਂ ਕੀਤੀਆਂ ਆਪਣੇ ਪ੍ਰੋਟੋਕੋਲਸ ਨੂੰ ਲੈ ਕੇ ਜਾਂ ਆਪਣੇ ਰੈਗੂਲੇਸ਼ਨਸ ਨੂੰ ਲੈ ਕੇ। ਮਈ ਮਹੀਨੇ ਜਦੋਂ ਆਪਾਂ ਐਂਟਰ ਕੀਤੇ ਆ, ਹਰ ਰੋਜ਼ ਇੱਕ ਨਵੀਂ ਈਮੇਲ ਕਿਸੇ ਯੂਨੀਵਰਸਿਟੀ ਤੋਂ ਆ ਜਾਂਦੀ ਹੈ ਕਿ ਆਪਾਂ ਪੰਜਾਬ, ਨਾਰਥ ਇੰਡੀਆ ਸਪੈਸ਼ਲੀ ਪੰਜਾਬ, ਹਰਿਆਣਾ, ਜੰਮੂ ਰੀਜਨ ਤੋਂ ਐਪਲੀਕੇਸ਼ਨਸ ਲੈਣੀਆਂ ਬੰਦ ਕਰਨ ਲੱਗੇ ਆ। ਕਈ ਬੱਚਿਆਂ ਦੇ ਉਹਨਾਂ ਦੇ ਹੱਥ 'ਚ ਆਫਰ ਲੈਟਰ ਵੀ ਸੀਗੀਆਂ, GT ਵਾਸਤੇ ਉਹਨਾਂ ਨੇ ਪ੍ਰੋਸੈਸਿੰਗ ਆਪਣੀ ਕੀਤੀ ਵੀ ਹੋਈ ਆ, ਉੱਥੇ ਵੀ ਈਮੇਲਸ ਆ ਗਈਆਂ ਜੀ ਕਿ ਆਪਾਂ ਕੰਪਲੀਟਲੀ ਉਹਨੂੰ ਸ਼ਟ ਡਾਊਨ ਕਰਨ ਲੱਗੇ ਆ, ਕਿ ਤੁਸੀਂ ਹੁਣ ਸਾਡੀ ਯੂਨੀਵਰਸਿਟੀ 'ਚ ਅਪਲਾਈ ਨਹੀਂ ਕਰ ਸਕਦੇ। ਇਹ ਬਦਲਾਅ ਦਾ ਮਤਲਬ ਜੇ ਮੈਂ ਦੇਖਾਂ, ਪਿਛਲੇ ਸਾਲ ਬੜੇ ਵਧੀਆ ਵੀਜ਼ੇ ਲੱਗੇ ਆਸਟ੍ਰੇਲੀਆ ਦੇ, ਬਹੁਤ ਬੱਚੇ ਉੱਥੇ ਪੜ੍ਹਨ ਵਾਸਤੇ ਵੀ ਗਏ ਆ। ਹੁਣ ਇਹ ਇੰਪੈਕਟ ਆਲ ਆਫ ਸਡਨ ਆਇਆ ਕਿਉਂ? ਕਿ ਬਈ ਕਿ ਆਸਟ੍ਰੇਲੀਆ ਨੇ ਆਲ ਆਫ ਸਡਨ ਸਖਤਾਈ ਕੀਤੀ ਕਿਉਂ ਹੈ? ਹੁਣ ਉਹਦਾ ਰੀਜ਼ਨ ਕੀ ਹੈ ਕਿ ਜਿਹੜੇ ਬੱਚੇ ਲਾਸਟ ਈਅਰ ਉੱਥੇ ਪੜ੍ਹਨ ਗਏ ਸੀਗੇ, ਜਦੋਂ ਵੀਜ਼ਾ ਲਿਆ ਉਹਨਾਂ ਨੇ GT ਰਿਕੁਆਇਰਮੈਂਟ ਪੂਰੀ ਕੀਤੀ ਐਂਡ ਕੰਡੀਸ਼ਨ ਮੰਨੀ ਸਰਕਾਰ ਦੀ, ਯੂਨੀਵਰਸਿਟੀ ਦੀ, ਕਿ ਆਪਾਂ ਫਲਾਨੀ ਯੂਨੀਵਰਸਿਟੀ ਜਾ ਕੇ ਪੜ੍ਹਾਂਗੇ ਐਂਡ ਆਪਣਾ ਕੋਰਸ ਪੂਰਾ ਕਰਾਂਗੇ। ਐਂਡ ਜਦੋਂ ਬੱਚਾ ਉੱਥੇ ਪਹੁੰਚਿਆ, ਸਮੈਸਟਰ ਲਗਾ ਕੇ ਉਹਨੇ ਆਪਣੀ ਯੂਨੀਵਰਸਿਟੀ ਚੇਂਜ ਕਰ ਲਈ। ਸੋ ਉਹ ਇੰਪੈਕਟ ਅੱਜ ਨਵੇਂ ਬੱਚਿਆਂ 'ਤੇ ਆਉਣਾ ਸ਼ੁਰੂ ਹੋ ਗਿਆ। ਐਂਡ ਸੇਮ ਜੇ ਮੈਂ ਗੱਲ ਕਰ ਲਾਂ UK ਦੀ, ਅਸੀਂ ਬਹੁਤ ਕਾਫੀ ਟਾਈਮ ਤੋਂ, ਮਤਲਬ ਇਹ ਲਾਸਟ ਈਅਰ ਦਸੰਬਰ 'ਚ ਨਿਊਜ਼ ਆਉਣੀ ਸ਼ੁਰੂ ਹੋਈ ਸੀ ਕਿ ਸ਼ਾਇਦ ਇਸ ਸਾਲ
ਯੂਕੇ ਦਾ ਸਪਾਊਸ ਕੇਸਿਸ ਦੀ ਲਾਸਟ ਇਨਟੇਕ ਸਤੰਬਰ ਹੋਏਗਾ ਐਂਡ ਇਸ ਚੀਜ਼ ਦੇ ਉੱਪਰ ਇਸ ਇਨਫੋਰਮੇਸ਼ਨ ਤੇ ਪਰਸੋਂ ਮੋਹਰ ਲੱਗ ਗਈ ਜਦੋਂ ਗਵਰਨਮੈਂਟ ਕੋਲੋਂ ਇਹ ਨਿਊਜ਼ ਆ ਗਈ ਕਿ ਯੂਕੇ ਆਉਣ ਵਾਲੇ ਨਵੇਂ ਸਾਲ ਮਤਲਬ 2024 ਜਨਵਰੀ ਇਨਟੇਕ ਤੋਂ ਯੂਕੇ ਡਿਪੈਂਡੈਂਟ ਕੇਸਿਸ ਨੂੰ ਬੰਦ ਕਰਨ ਲੱਗਿਆ ਮੀਨਸ ਯੂਕੇ ਉਹ ਬੱਚੇ ਜ਼ਿਆਦਾ ਤਵੱਜੋ ਦਿੰਦੇ ਸੀਗੇ ਜਿਹੜੇ ਮੈਰਿਡ ਸੀਗੇ ਆਪਣੇ ਸਪਾਊਸ ਜਾਂ ਆਪਣੇ ਪਰਿਵਾਰ ਨਾਲ ਯੂਕੇ ਹਾਇਰ ਐਜੂਕੇਸ਼ਨ ਲਈ ਜਾਂਦੇ ਸੀਗੇ ਤੇ ਹੁਣ ਯੂਕੇ ਗਵਰਨਮੈਂਟ ਨੇ ਸਪਾਊਸ ਕੇਸਿਸ ਤੇ ਰੋਕ ਲਗਾਤੀ ਕਿ ਜਿਹੜੇ ਬੱਚੇ ਵਿਦ ਸਪਾਊਸ ਜਾਂ ਵਿਦ ਫੈਮਿਲੀ ਯੂਕੇ ਜਾਣਾ ਚਾਹੁੰਦੇ ਉਹਨਾਂ ਦੇ ਲਈ ਸਤੰਬਰ ਲਾਸਟ ਇਨਟੇਕ ਹੈ ਐਂਡ ਜਨਵਰੀ ਤੋਂ ਉਹ ਯੂਕੇ ਇਕੱਠੇ ਨਹੀਂ ਜਾ ਸਕਦੇ ਹੁਣ ਇਹਦਾ ਇੰਪੈਕਟ ਕੈਨੇਡਾ 'ਚ ਕੀ ਆਊਗਾ ਗੁਰਿੰਦਰ ਭਾਜੀ ਨਾ ਹਮੇਸ਼ਾ ਇੱਕ ਚੀਜ਼ ਕਹਿੰਦੇ ਹੁੰਦੇ ਸੀਗੇ ਕਿ ਕੋਈ ਵੀ ਆਪਾਂ 3 ਕੰਟਰੀਜ਼ ਦੀ ਗੱਲ ਕਰਦੇ ਹਾਂ ਪ੍ਰਮੋਸ਼ਨ ਦੀ ਗੱਲ ਕਰਦੇ ਹਾਂ ਕੈਨੇਡਾ ਆਸਟ੍ਰੇਲੀਆ ਯੂਕੇ ਜਿੱਥੇ ਬੱਚੇ ਜਾਂਦੇ ਆ ਜਦੋਂ ਇੱਕ ਕੰਟਰੀ ਉੱਪਰ ਜਾ ਰਹੀ ਹੈ ਕੁਝ ਟਾਈਮ ਬਾਅਦ ਉਹ ਕੰਟਰੀ ਨੂੰ ਥੱਲੇ ਆਉਣਾ ਹੁੰਦਾ ਯੂਕੇ ਪਿਛਲੇ 3-4 ਸਾਲ ਤੋਂ 2019 ਤੋਂ ਲੈ ਕੇ ਹੁਣ ਤੱਕ ਕੰਸਿਸਟੈਂਟ ਸੀਗੀ ਮਤਲਬ ਜਿੰਨਾ ਬੱਚਾ 3-4 ਸਾਲ 'ਚ ਯੂਕੇ ਗਿਆ ਕਿਸੇ ਕੰਟਰੀ ਨਹੀਂ ਗਿਆ ਆਸਟ੍ਰੇਲੀਆ ਪੋਸਟ ਕੋਵਿਡ ਜਦੋਂ ਬਾਰਡਰ ਓਪਨ ਹੈ ਸਡਨ ਇਨਕਰੀਜ਼ ਨੰਬਰ 'ਚ ਹੋਇਆ ਵੀਜ਼ਾਸ ਦਾ ਕੈਨੇਡਾ ਸਲੋਲੀ ਸੀਗਾ ਐਂਡ ਦਿਸ ਸਾਲ ਕੈਨੇਡਾ ਬੜੇ ਵਧੀਆ ਰਿਜ਼ਲਟ ਆ ਰਹੇ ਆ ਜੇ ਮੈਂ ESS ਦੀ ਗੱਲ ਕਰ ਲਾਂ ਆਪਾਂ ਤਕਰੀਬਨ ਮਈ ਦੇ ਮਹੀਨੇ 'ਚ ਬੈਠੇ ਆ ਅਸੀਂ 800 ਤੋਂ ਵੱਧ ਵੀਜ਼ੇ ਹੁਣ ਤੱਕ ਲੈ ਚੁੱਕੇ ਆ ਇੰਕਲੂਡਿੰਗ ਕੈਨੇਡਾ ਆਸਟ੍ਰੇਲੀਆ ਯੂਕੇ ਤਿੰਨਾਂ ਕੰਟਰੀਜ਼ ਮਿਲਾ ਕੇ ਐਂਡ ਮੈਕਸਿਮਮ ਵੀਜ਼ੇ ਕੈਨੇਡਾ ਦੇ ਆਪਣੇ ਕੋਲ ਹੈਗੇ ਆ ਸੋ ਕੈਨੇਡਾ ਇਸ ਸਾਲ ਬੜੇ ਵਧੀਆ ਰਿਜ਼ਲਟਸ ਆ ਰਹੇ ਐਂਡ ਇੱਕ ਕਲੀਅਰ ਕੱਟ ਇੰਡੀਕੇਸ਼ਨ ਹੈ ਕਿ ਇਹ ਸਾਲ ਕੈਨੇਡਾ ਨੂੰ ਬਿਲੋਂਗ ਕਰਦਾ ਬਿਕੋਜ਼ ਜੇ ਯੂਕੇ ਦਾ ਬੱਬਲ ਫਟਦਾ ਪਿਆ ਆਸਟ੍ਰੇਲੀਆ ਸਖਤਾਈ ਕਰਦਾ ਪਿਆ ਦੈਨ ਚੁਆਇਸ ਤਾਂ ਰਹੀ ਨਹੀਂ ਗਈ ਸੋ ਇਹ ਕਲੀਅਰ ਇੰਡੀਕੇਸ਼ਨ ਇਸ ਟਾਈਮ ਕੈਨੇਡਾ ਵਾਸਤੇ ਹੈ ਕਿ ਜਿਹੜੇ ਬੱਚੇ ਕੈਨੇਡਾ ਅਪਲਾਈ ਕਰਨ ਬਾਰੇ ਸੋਚ ਰਹੇ ਸੀਗੇ ਜਾਂ ਅਪਲਾਈ ਆਲਰੇਡੀ ਕੀਤਾ ਜਾਂ ਉਹ ਸਟਿਕ ਰਹਿਣ ਕੈਨੇਡਾ ਵਾਸਤੇ ਬਿਕੋਜ਼ ਤੁਹਾਡਾ ਵੀਜ਼ਾ ਕੈਨੇਡਾ ਇਸ ਸਾਲ ਲੱਗ ਸਕਦਾ ਹੈਗਾ ਓਕੇ ਅਸੀਂ ਸਟੂਡੈਂਟ ਵੀਜ਼ਾਸ ਦੀ ਗੱਲ ਕੀਤੀ ਜਾਂ ਹੋਰ ਪਰ ਇੱਕ ਸਪਾਊਸ ਵੀਜ਼ਾ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਜੀ ਜਿਹੜੇ ਸਪਾਊਸ ਵੀਜ਼ਾਸ ਆ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਨੇ ਕਿੱਦਾਂ ਮਤਲਬ ਅਗਰ ਉਹਦੇ ਵਿੱਚ ਵੀ ਕਿਸੇ ਦੀ ਰਿਫਿਊਜ਼ਲ ਆਉਂਦੀ ਜਾਂ ਕਿਸੇ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਨਹੀਂ ਇਹ ਇਸ ਤਰ੍ਹਾਂ ਨਹੀਂ ਜਾ ਸਕਦੇ ਹੈ ਨਾ ਉਹਦੇ ਵਾਸਤੇ ਕੀ ਰਿਕੁਆਇਰਮੈਂਟਸ ਨੇ ਤੇ ਕੀ ਰੀਜ਼ਨਸ ਨੇ ਉਹਦੀ ਵੀ ਰਿਫਿਊਜ਼ਲ ਜੇ ਆਉਂਦੀ ਹੈ ਤੇ ਦੇਖੋ ਜੀ ਸਪਾਊਸ ਕੇਸਿਸ ਜਦੋਂ ਗੱਲ ਆਉਂਦੀ ਸੀਗੀ ਮਤਲਬ ਕੈਨੇਡਾ ਉਹ ਲਾਸਟ ਪ੍ਰਾਇੋਰਟੀ ਹਰ ਬੰਦੇ ਦੀ ਹੁੰਦੀ ਸੀਗੀ ਜਿਹੜਾ ਮੈਰਿਡ ਸੀਗਾ ਕਿਉਂਕਿ ਕੈਨੇਡਾ 'ਚ ਵਿਦ ਸਪਾਊਸ ਆਪਾਂ ਜਾ ਨਹੀਂ ਸਕਦੇ ਸੀਗੇ ਐਂਡ ਇਹ ਲਾਅ ਨਹੀਂ ਕਹਿੰਦਾ ਇਹ ਲਾਅ 'ਚ ਕਿਤੇ ਲਿਖਿਆ ਨਹੀਂ ਕਿ ਤੁਸੀਂ ਕੈਨੇਡਾ ਇਕੱਠੇ ਨਹੀਂ ਜਾ ਸਕਦੇ ਲਾਅ 'ਤੇ ਲਿਖਿਆ ਹੈਗਾ ਕਿ ਤੁਸੀਂ ਕੈਨੇਡਾ ਇਕੱਠੇ ਜਾ ਸਕਦੇ ਹੋ ਜੇ ਤੁਸੀਂ ਮੈਰਿਡ ਹੋ ਤੁਸੀਂ ਆਪਣੀ ਐਪਲੀਕੇਸ਼ਨ ਇਕੱਠੀ ਅਪਲਾਈ ਕਰ ਸਕਦੇ ਹੋ ਬਟ ਅਨਫੋਰਚੂਨੇਟਲੀ ਉਹ ਨਾਰਥ ਇੰਡੀਆ ਤੋਂ ਅਪਲਾਈ ਬੱਚੇ ਇਕੱਠੇ ਨਹੀਂ ਕਰ ਸਕਦੇ ਸੀਗੇ ਕਿਉਂਕਿ ਵੀਜ਼ੇ ਨਹੀਂ ਆਉਂਦੇ ਸੀਗੇ ਐਂਡ ਇਹੀ ਜੇਕਰ ਮੈਂ ਗੱਲ ਕਰ ਲਾਂ ਸਾਊਥ ਇੰਡੀਆ ਬੰਬੇ ਹੈਦਰਾਬਾਦ ਬੈਂਗਲੌਰ ਚੱਲ ਜਾਂ ਉੱਥੋਂ ਅੱਜ ਵੀ ਇਕੱਠੇ ਬੱਚੇ ਕੈਨੇਡਾ ਜਾਂਦੇ ਸੀਗੇ ਐਂਡ ਮੈਰਿਡ ਕਪਲਸ ਲਈ ਯੂਕੇ ਐਂਡ ਆਸਟ੍ਰੇਲੀਆ ਪਹਿਲੀ ਪ੍ਰਾਇੋਰਟੀ ਹੁੰਦਾ ਸੀਗਾ ਕਿਉਂਕਿ ਉੱਥੇ ਸਪਾਊਸ ਨਾਲ ਜਾਂਦਾ ਸੀਗਾ ਬਟ ਆਸਟ੍ਰੇਲੀਆ 'ਚ ਐਂਡ ਯੂਕੇ 'ਚ ਇਹ ਰੈਗੂਲੇਸ਼ਨ ਹੈ ਕਿ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਮੇਨ ਐਪਲੀਕੈਂਟ ਨੇ ਗ੍ਰੈਜੂਏਸ਼ਨ ਕੀਤੀ ਹੈ ਐਂਡ ਮਾਸਟਰਸ ਡਿਗਰੀ ਵਿੱਚ ਅਪਲਾਈ ਕਰ ਰਹੇ ਹੋ ਤਦ ਤੁਸੀਂ ਆਪਣੇ ਸਪਾਊਸ ਨਾਲ ਜਾ ਸਕਦੇ ਹੋ ਜਦਕਿ ਕੈਨੇਡਾ ਵਿੱਚ ਜੇਕਰ ਬੱਚੇ ਨੇ 12ਵੀਂ ਵੀ ਕੀਤੀ ਹੈ ਉਹ ਪੰਜਾਬ ਤੋਂ ਬਿਲੋਂਗ ਕਰਦਾ ਉਹ ਇਕੱਠਾ ਨਹੀਂ ਜਾ ਸਕਦਾ ਸੀਗਾ ਬਟ ਸਟਿਲ ਆਫਟਰ 2-3 ਮੰਥਸ ਡਿਪੈਂਡੈਂਟ ਅਪਲਾਈ ਕਰਦੇ ਸੀ ਐਂਡ ਵੀਜ਼ੇ ਲੱਗਦੇ ਸੀਗੇ ਐਂਡ ਰਾਈਟ ਨਾਓ ਜਿਵੇਂ ਹੁਣ ਮੈਂ ਗੱਲ ਕਰਦਾ ਪਿਆ ਲਾਸਟ ਮੰਥ ESS ਗਲੋਬਲ ਨੇ ਕੈਨੇਡਾ ਵੀਜ਼ਾ ਸਟੂਡੈਂਟ ਐਂਡ ਡਿਪੈਂਡੈਂਟ ਇਕੱਠਾ ਲਿੱਤਾ ਕਿ ਉਹ ਵੀ ਪੰਜਾਬ ਤੋਂ ਮਤਲਬ ਕਦੇ ਨਹੀਂ ਹੋਇਆ ਸੀ ਪੰਜਾਬ ਤੋਂ ਸਪਾਊਸ ਕੇਸ ਕੈਨੇਡਾ ਇਕੱਠਾ ਜਾ ਰਿਹਾ ਜਦਕਿ ਲਾਸਟ ਮੰਥ ਆਪਾਂ ਉਹ ਵੀ ਰਿਜ਼ਲਟ ਲੈ ਚੁੱਕੇ ਹਾਂ ਸੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਇਹ ਕਲੀਅਰ ਕੱਟ ਇੰਡੀਕੇਸ਼ਨ ਹੈ ਦੈਟ ਦਿਸ ਈਅਰ ਬਿਲੋਂਗਸ ਟੂ ਕੈਨੇਡਾ ਓਕੇ ਸੋ ਤੁਹਾਡੇ ਕੋਲ ਕਾਫੀ ਸਟੂਡੈਂਟਸ ਆਉਂਦੇ ਹੋਣਗੇ ਮਤਲਬ ਵੀਜ਼ਾ ਲੱਗਾ ਪਰ ਕਿਤੇ ਹੋਰ ਕਿਸੇ ਐਮਬੈਸੀ ਚੋਂ ਲਵਾਇਆ ਹੋਊਗਾ ਬਟ ਇਨ ਕੇਸ ਰਿਫਿਊਜ਼ਲ ਆ ਗਈ ਹੈ ਨਾ ਫਿਰ ਤੁਹਾਡੇ ਕੋਲ ਆਉਂਦੇ ਨੇ ਡੀਮੋਟੀਵੇਟ ਹੁੰਦੇ ਨੇ ਹੈ ਨਾ ਪੈਸੇ ਵੀ ਉਹਨਾਂ ਦੇ ਲੱਗ ਚੁੱਕੇ ਹੁੰਦੇ ਨੇ ਤਾਂ ਕਿ ਜੇ ਉਹ ਤੁਹਾਨੂੰ ਆ ਕੇ ਕਹਿ ਦੇਣ ਕਿ ਨਹੀਂ ਹੁਣ ਆਪਾਂ ਵੀਜ਼ਾ ਨਹੀਂ ਲਵਾਉਣਾ ਤਾਂ ਤੁਸੀਂ ਕਿਵੇਂ ਉਹਨਾਂ ਨੂੰ ਕਹਿੰਦੇ ਹੋ ਜਾਂ ਟੈਕਲ ਕਿਵੇਂ ਕਰਦੇ ਹੋ ਇਸ ਚੀਜ਼ ਨੂੰ ਜਦੋਂ ਸਟੂਡੈਂਟਸ ਹੀ ਹਾਰ ਮੰਨ ਜਾਂਦੇ ਕਿ ਨਹੀਂ ਹੁਣ ਤਾਂ ਲੱਗਣਾ ਹੀ ਨਹੀਂ ਦੇਖੋ ਜੀ ਦੇਖੋ ਹੁਣ ਇੱਕ ਕੋਈ ਵੀ ਬੱਚਾ ਮੈਂ ਇੱਕ ਸ਼ੋਅ ਕੀਤਾ ਸੀਗਾ ਮੈਂ ਉਹ 'ਚ ਗੱਲ ਮਤਲਬ ਜਨਰਲ ਸ਼ੋਅ ਕੀਤਾ ਸੀਗਾ ਉਹ 'ਚ ਮੈਂ ਬੱਚਿਆਂ ਦੀ ਜਾਂ ਕਿਸੇ ਵੀ ਹਿਊਮਨ ਦੀ ਮੈਂਟੈਲਿਟੀ ਡਿਸਕਸ ਕੀਤੀ ਸੀਗੀ ਹੁਣ ਹੁੰਦਾ ਕੀ ਹੈ ਜਦੋਂ ਅਸੀਂ ਛੋਟੇ ਹੁੰਦੇ ਹਾਂ ਬਚਪਨ 'ਚ ਹੁੰਦੇ ਹਾਂ ਸਾਨੂੰ ਸਾਡੇ ਪੇਰੈਂਟਸ ਜਾਂ ਸਕੂਲ ਟੀਚਰਸ ਜਾਂ ਰਿਸ਼ਤੇਦਾਰ ਪੁੱਛਦੇ ਸੀਗੇ ਕਿ ਬਈ ਵੱਡਾ ਹੋ ਕੇ ਤੂੰ ਬਣਨਾ ਕੀ ਹੈ ਐਂਡ ਸਾਡਾ ਹੁੰਦਾ ਸੀ ਆਪਾਂ ਡਾਕਟਰ ਬਣਾਂਗੇ ਆਪਾਂ ਪੁਲਿਸ ਜੁਆਇਨ ਕਰਾਂਗੇ ਜਾਂ ਆਰਮੀ ਕਰਾਂਗੇ ਐਂਡ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਸੀਗੇ ਸਾਨੂੰ ਸਮਝ ਆਉਂਦੀ ਸੀਗੀ ਸਾਡੇ ਉਹ ਡ੍ਰੀਮਸ ਟੁੱਟਦੇ ਸੀਗੇ ਬਟ ਆਪਾਂ ਨਵਾਂ ਡ੍ਰੀਮ ਲੈ ਲੈਂਦੇ ਸੀਗੇ ਕਿ ਬਈ ਚਲੋ ਕੋਈ ਗੱਲ ਨਹੀਂ ਆਪਾਂ ਜੇ ਡਾਕਟਰ ਇੰਜੀਨੀਅਰ ਨਹੀਂ ਬਣ ਪਾਏ ਆਪਾਂ ਚਲੋ ਆਹ ਕੰਮ ਤਾਂ ਕਰ ਲਈ ਕਿ ਆਪਾਂ ਆਪਣਾ ਉਹਨੂੰ ਆਪਾਂ ਕਹਿੰਦੇ ਆ ਕਿ ਆਪਾਂ ਕਿਤੇ ਨਾ ਕਿਤੇ ਕੰਪਰੋਮਾਈਜ਼ ਕੀਤਾ ਕਿ ਜੋ ਬਚਪਨ ਵਿੱਚ ਮੈਂ ਸੁਪਨਾ ਵੇਖਿਆ ਸੀਗਾ ਉਹਦੇ ਨਾਲ ਜਦੋਂ ਮੈਂ ਵੱਡਾ ਹੋਇਆ ਕੰਪਰੋਮਾਈਜ਼ ਕਰ ਲਿਆ ਐਂਡ ਸੇਮ ਚੀਜ਼ ਜਦੋਂ ਆਪਾਂ ਨੌਕਰੀ ਕਰਨ ਜਾਂਦੇ ਆ ਜਾਂ ਆਪਾਂ ਕੋਈ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਦੇ ਆ ਕਿੰਨੇ ਕੁ ਲੋਕ ਹੈਗੇ ਜਿਹੜੇ ਕਾਰੋਬਾਰ ਜਦੋਂ ਸ਼ੁਰੂ ਕਰਦੇ ਆ ਉਹ ਪਹਿਲੇ ਮਹੀਨੇ ਜਾਂ ਪਹਿਲੇ ਸਾਲ 'ਚ ਪ੍ਰੋਫਿਟ 'ਤੇ ਆਉਂਦੇ ਆ ਕਿੰਨੇ ਲੋਕ ਹੈਗੇ ਜਿਹੜੇ ਕਾਰੋਬਾਰ ਸ਼ੁਰੂ ਕਰਦੇ ਉਹਨਾਂ ਨੂੰ ਸਕਸੈਸ ਮਿਲਦੀ ਆ ਬਹੁਤ ਘੱਟ ਹੈ ਜੇ ਕੋਈ ਬੰਦਾ ਨਵਾਂ ਕਾਰੋਬਾਰ ਸ਼ੁਰੂ ਕਰ ਰਿਹਾ
ਉਹਨੂੰ ਹੁੰਦਾ ਕਿ 90% 95% ਚਾਂਸਸ ਹੁੰਦੇ ਆ ਉਹਨੂੰ ਨੁਕਸਾਨ ਹੋਏਗਾ, ਘਾਟਾ ਹੋਏਗਾ, ਉਹਨੂੰ ਕਾਰੋਬਾਰ ਕਈ ਵਾਰ ਡੁੱਬ ਵੀ ਜਾਂਦਾ, ਬਟ ਲੋਕੀ ਹਾਰ ਤਾਂ ਨਹੀਂ ਮੰਨਦੇ, ਉਹ ਦੁਬਾਰਾ ਸਟੈਂਡ ਕਰਦੇ ਆ, ਉਹ ਫੇਰ ਲੜਦੇ ਆ ਐਂਡ ਫੇਰ ਹਾਲਾਤ ਨਾਲ ਲੜ ਕੇ ਆਪਣੇ ਆਪ ਨੂੰ ਸਟਰੋਂਗ ਐਂਡ ਸਟੇਬਲ ਕਰ ਲੈਂਦੇ ਆ। ਐਂਡ ਸੇਮ ਚੀਜ਼ ਜੇ ਮੈਂ ਗੱਲ ਕਰਾਂ ਨੌਕਰੀ ਵਾਸਤੇ, ਜਦੋਂ ਆਪਾਂ ਨੌਕਰੀ ਦੀ ਪਹਿਲੀ ਵਾਰ ਕਿਤੇ ਅਪਲਾਈ ਕਰਦੇ ਆ, ਸਾਨੂੰ ਹਾਂ ਤਾਂ ਨਹੀਂ ਹੁੰਦੀ, ਸਾਨੂੰ ਨਾ ਹੀ ਹੁੰਦੀ ਹੈ ਕਿ ਪਹਿਲੀ ਵਾਰ ਸਾਨੂੰ ਕੋਈ ਬੰਦਾ ਸਿਲੈਕਟ ਕਰਦਾ ਵੀ ਨਹੀਂ, ਕਿਉਂਕਿ ਫਰੈਸ਼ਰਸ ਆਪਾਂ ਹੁੰਨੇ ਆ। ਐਂਡ ਜਦੋਂ ਆਪਾਂ ਫਰੈਸ਼ਰ ਤੋਂ ਬਾਅਦ ਐਕਸਪੀਰੀਅੰਸ ਮਾੜਾ ਮੋਟਾ ਗੇਨ ਕਰਕੇ ਕਿਸੇ ਹੋਰ ਕੰਪਨੀ 'ਤੇ ਨੌਕਰੀ ਲੈਣ ਜਾਂਦੇ ਆ ਵਿਦ ਐਕਸਪੈਕਟੇਸ਼ਨਸ ਕਿ ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ, ਉਹ ਵੀ ਤਾਂ ਮੀਟ ਨਹੀਂ ਹੁੰਦੀ, ਬਟ ਸਟਿਲ ਆਪਾਂ ਕੰਟੀਨਿਊ ਕਰਦੇ ਹਾਂ, ਲੜਦੇ ਹੈਗੇ ਆ ਐਂਡ ਆਪਣੇ ਆਪ ਨੂੰ ਉਸ ਮੁਕਾਮ ਤੇ ਲੈ ਕੇ ਜਾਂਦੇ ਹਾਂ। ਇਹੀ ਸੇਮ ਸਟੋਰੀ ਤਾਂ ਸਟੂਡੈਂਟਸ ਦੀ ਵੀ ਹੈ ਕਿ ਬਈ ਮੇਰਾ ਡ੍ਰੀਮ ਸੀ ਕੈਨੇਡਾ ਜਾਣ ਦਾ, ਮੇਰਾ ਡ੍ਰੀਮ ਸੀ ਆਸਟ੍ਰੇਲੀਆ, ਮੇਰਾ ਡ੍ਰੀਮ ਸੀ ਯੂਕੇ ਜਾਣ ਦਾ, ਨਹੀਂ ਪੂਰਾ ਹੋਇਆ, ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਮੈਨੂੰ ਆਪਣੇ ਪ੍ਰੋਫਾਈਲ ਦੇ ਅਕੋਰਡਿੰਗ ਜੋ ਮੇਰੇ ਵਾਸਤੇ ਬੈਸਟ ਕੰਟਰੀ ਸੂਟੇਬਲ ਅੱਜ ਦੀ ਡੇਟ 'ਚ ਹੈਗੀ ਆ, ਮੈਨੂੰ ਉਹਦੇ ਨਾਲ ਸਟਿਕ ਰਹਿਣਾ ਪੈਣਾ ਕਿ ਮੇਰਾ ਵੀਜ਼ਾ ਮੇਰੇ ਹੱਥ 'ਚ ਆ ਜਾਵੇ। ਓਕੇ, ਤੁਹਾਨੂੰ ਮੇਨ ਰੀਜ਼ਨ ਕੀ ਲੱਗਦਾ ਕਿ ਸਟੂਡੈਂਟਸ ਜ਼ਿਆਦਾ ਪ੍ਰੈਫਰ ਕੈਨੇਡਾ ਨੂੰ ਕਿਉਂ ਕਰਦੇ ਨੇ? ਦੇਖੋ ਜੀ, ਜਿਹੜਾ ਬੱਚਾ ਇੱਥੋਂ ਬਾਹਰ ਜਾਣ ਦੀ ਗੱਲ ਕਰਦਾ, ਮਤਲਬ ਉਹਨੇ ਗੁੱਡ 18-20 ਲੱਖ ਰੁਪਏ ਖਰਚ ਕੇ ਜਾਣਾ, ਜਿਹੜੀ ਮਰਜ਼ੀ ਮੈਂ ਕੰਟਰੀ ਦੀ ਐਗਜ਼ਾਮਪਲ ਲੈ ਲਵਾਂ। ਹੁਣ ਜਦੋਂ ਬੱਚਾ ਕੋਈ ਵੀ ਹੈਗਾ ਵਾ, ਕੋਈ ਵੀ ਪੇਰੈਂਟਸ ਵੀ ਹੈਗੇ, ਉਹ ਕਹਿੰਦੇ ਜਦੋਂ ਇੰਨਾ ਪੈਸਾ ਖਰਚ ਕੇ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਣ ਲੱਗੇ ਆ, ਆਪਾਂ ਉਧਰਲੇ ਬੰਨੇ ਭੇਜੀਏ ਜਿੱਥੋਂ ਮੇਰੇ ਬੱਚੇ ਦੀ ਕੱਲ ਨੂੰ ਸੈਟਲਮੈਂਟ ਹੋ ਸਕੇ। ਹੁਣ ਜਿਵੇਂ ਮੈਂ ਸਟਾਰਟਿੰਗ ਗੱਲ ਕੀਤੀ, ਕੈਨੇਡਾ ਉਹ ਕੰਟਰੀ ਜਿਹਦੀ ਸਲੋਗਨ ਹੈ ਸਟੱਡੀ ਵਰਕ ਸੈਟਲ, ਤਾਂ ਕੰਟਰੀ ਆਪ ਕਹਿੰਦੀ ਇੱਥੇ ਆ ਕੇ ਪੜ੍ਹੋ, ਕੰਮ ਕਰੋ ਤੇ ਸੈਟਲਮੈਂਟ ਲੈ ਲਓ। ਐਂਡ ਇਹ ਹਿਸਟਰੀ ਗਵਾਇਆ ਹੈ, ਤੁਸੀਂ ਕੈਨੇਡਾ ਚੱਕ ਕੇ ਦੇਖ ਲਓ ਪਿਛਲੇ 10 ਸਾਲਾਂ 'ਚ ਜਿੰਨੇ ਬੱਚੇ ਗਏ ਸੀਗੇ ਅੱਜ ਦੀ ਡੇਟ 'ਚ ਮੈਕਸਿਮਮ ਬੱਚਾ ਉੱਥੇ ਪੱਕਾ ਹੈਗਾ। ਐਂਡ ਕਿੰਨੀ ਵਾਰ ਸੁਣਿਆ ਕਿ ਆਪਾਂ ਕੈਨੇਡਾ ਬੱਚਾ ਗਿਆ ਸੀ ਮੁੜ ਕੇ ਵਾਪਸ ਇੰਡੀਆ ਆਇਆ, ਹਾਰਡਲੀ ਰੇਅਰ ਹੁੰਦਾ, ਵਨਸ ਇਨ ਬਲੂ ਮੂਨ ਆਪਾਂ ਸੁਣਦੇ ਬੱਚਾ ਕੈਨੇਡਾ ਜਾ ਕੇ ਮੁੜ ਕੇ ਵਾਪਸ ਆ ਗਿਆ, ਕਿਉਂਕਿ ਕੋਈ ਵਾਪਸ ਆਉਂਦਾ ਹੀ ਨਹੀਂ। ਐਂਡ ਹਰ ਬੱਚੇ ਕੋ ਰਾਹ ਉੱਥੇ ਹੈਗਾ ਪੱਕੇ ਹੋਣ ਵਾਸਤੇ, ਜਿਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਚੁਆਇਸ ਹੈਗੀ ਹੈ। ਓਕੇ, ਸੋ ਹੋਰ ਕੋਈ ਰਿਫਿਊਜ਼ਲ ਦੇ ਰਿਲੇਟਡ ਕੋਈ ਕੇਸਿਸ ਹੁਣ ਸਾਡੇ ਕੋਲ ਹਾਲ ਹੀ 'ਚ ਕੋਈ ਆਇਆ ਹੋਵੇ ਜਾਂ ਕੋਈ ਇਹੋ ਜਿਹਾ ਕੇਸ ਹੋਵੇ ਜਿਹਦੇ 'ਚ ਮਤਲਬ ਸਟੂਡੈਂਟ ਦਾ ਸਭ ਕੁਝ ਐਲੀਜੀਬਿਲਿਟੀ ਕ੍ਰਾਈਟੇਰੀਆ ਰਿਕੁਆਇਰਮੈਂਟ ਸਭ ਪੂਰੀਆਂ ਨੇ ਬਟ ਸਟਿਲ ਰਿਫਿਊਜ਼ਲ ਕੇਸਿਸ ਫਿਰ ਵੀ ਆਉਂਦੇ ਨੇ? ਕੋਈ ਹੋਰ ਮੇਨ ਰੀਜ਼ਨਸ ਹੋਣ ਇਹਨਾਂ ਦੇ? ਨਹੀਂ, ਰਿਫਿਊਜ਼ਲ ਦੇਖੋ ਜੀ, ਹੁਣ ਜਿਵੇਂ ਮੈਂ ਗੱਲ ਕੀਤੀ ਕਿ ਮਾਰਕੀਟ 'ਚ ਬਹੁਤ ਸਟੂਡੈਂਟ ਕੈਨੇਡਾ ਅਪਲਾਈ ਕਰਦਾ, ਕਈ ਬੱਚੇ ਆਇਲਸ ਨਾ ਕਰਦੇ, ਕਈ ਪੀਟੀ ਨਾ ਕਰਦੇ, ਚੰਗੀ ਭਲੀ ਪ੍ਰੋਫਾਈਲ ਹੋਣ ਦੇ ਬਾਵਜੂਦ ਵੀਜ਼ੇ ਰਿਫਿਊਜ਼ ਹੁੰਦੇ ਹੈਗੇ ਆ। ਮੇਨ ਰੀਜ਼ਨ ਇੱਕੋ ਹੀ ਹੈ, ਮਤਲਬ ਤਿੰਨ ਚੀਜ਼ਾਂ। ਜੇ ਮੈਂ ਗੱਲ ਕਰ ਲਾਂ, ਅਕੈਡਮਿਕ ਪ੍ਰੋਫਾਈਲ ਜੋ ਤੁਹਾਡੀ ਹੈਗੀ ਹੈ ਉਹ ਸੇਮ ਰਹਿਣੀ ਹੈਗੀ ਹੈ, ਤੁਹਾਡਾ ਜੋ ਆਇਲਸ ਜਾਂ ਪੀਟੀ ਸਕੋਰ ਹੈਗਾ ਉਹ ਸੇਮ ਰਹਿਣਾ ਹੈਗਾ। ਕਿਸੇ ਵੀ ਕੰਸਲਟੈਂਟ ਦੇ ਹੱਥ 'ਚ ਕੀ ਹੈ ਕਿ ਤੁਹਾਡੇ ਵਾਸਤੇ ਬੈਸਟ ਕੋਰਸ ਚੂਜ਼ ਕਰਕੇ ਉਹਨੂੰ ਤੁਹਾਡੀ ਪ੍ਰੋਫਾਈਲ ਨਾਲ ਸਿੰਕ ਕਰਕੇ ਉਹਨੂੰ ਪ੍ਰੈਜੈਂਟੇਸ਼ਨ ਕਰਨ ਦਾ। ਜਦੋਂ ਉਹਦੇ ਵਿੱਚ ਕਿ ਬੈਸਟ ਕੋਰਸ ਚੂਜ਼ ਕਰਨ ਦੇ ਵਿੱਚ ਐਂਡ ਤੁਹਾਡੀ ਕੋਰਸ ਸਿਲੈਕਸ਼ਨ ਦੇ ਵਿੱਚ ਐਂਡ ਤੁਹਾਡੀ ਪ੍ਰੈਜੈਂਟੇਸ਼ਨ 'ਚ ਕਿਤੇ ਕਮੀ ਹੁੰਦੀ ਆ, ਵੀਜ਼ਾ ਉਦੋਂ ਰਿਫਿਊਜ਼ ਹੁੰਦਾ। ਇੱਕ ਇਹ ਵੀ ਚੀਜ਼ ਸੁਣੀ ਹੈ ਕਿ ਆਇਲਸ ਤੇ ਪੀਟੀ, ਕਿਉਂਕਿ ਸਾਰੇ ਕਹਿੰਦੇ ਨੇ ਕਿ ਆਇਲਸ ਤਾਂ ਠੀਕ, ਆਇਲਸ ਕਿਉਂਕਿ ਜ਼ਿਆਦਾ ਸੁਣਿਆ, ਬਟ ਪੀਟੀ ਫਿਰ ਕਹਿੰਦੇ ਕਿ ਪੀਟੀ ਨਾ ਸ਼ਾਇਦ ਨਹੀਂ ਉਹ ਚੀਜ਼ ਬਣਦੀ ਜੋ ਆਇਲਸ ਨਾਲ ਬਣਦੀ ਹੈ। ਇਹ ਕੀ ਹੈ, ਮਤਲਬ ਇਹ ਕਿਉਂ ਇਦਾਂ ਕਹਿੰਦੇ ਨੇ? ਦੇਖੋ ਜੀ, ਇਹ ਪੀਟੀ ਕੈਨੇਡਾ ਦੇ ਲਈ ਪੀਟੀ ਇੱਕ ਦੁੱਖ ਦੀ ਰੱਗ ਹੈਗੀ ਆ ਕਿ ਇਸ ਟਾਈਮ ਜੇਕਰ ਮੈਂ ਗੱਲ ਕਰ ਲਾਂ 60-70% ਬੱਚਾ ਮਾਰਕੀਟ 'ਚ ਉਹ ਆ ਜਿਹੜਾ ਪੀਟੀ ਨੂੰ ਤਵੱਜੋ ਦੇ ਰਿਹਾ, ਕਿਉਂਕਿ ਉਹਨਾਂ ਸ਼ਾਇਦ ਬੈਂਡਸ ਨਹੀਂ ਆਉਂਦੇ। ਇਹ ਸੱਚਾਈ ਆ ਕਿ ਲੋਕੀ ਨਾ ਇੱਕ ਵਾਰ ਦੋ ਵਾਰੀ ਆਇਲਸ ਕਰਦੇ, ਉਹ 6 ਬੈਂਡ ਈਚ ਨਹੀਂ ਆਉਂਦੇ ਐਂਡ ਜਦੋਂ ਉਹ ਪੀਟੀ ਕਰਦੇ ਵਧੀਆ ਸਕੋਰ ਲੈ ਲੈਂਦੇ ਹੈਗੇ ਆ। ਬਟ ਜਦੋਂ ਮੈਂ ਪੀਟੀ ਦੀ ਗੱਲ ਕਰ ਲਾਂ, ਪੀਟੀ ਕਿਤੇ ਨਾ ਕਿਤੇ ਕੈਨੇਡਾ ਦੀ ਕੈਟਾਗਰੀ 'ਚ SDS 'ਚ ਇੰਕਲੂਡਡ ਨਹੀਂ ਹੈਗੀ, ਉਹ ਨਾਨ SDS ਕੈਟਾਗਰੀ ਹੈ। ਐਂਡ ਨਾਨ SDS ਕੈਟਾਗਰੀ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ, ਸਕਸੈਸ ਰੇਟ ਐਜ਼ ਕੰਪੇਅਰ ਟੂ ਆਇਲਸ SDS ਦੇ ਨਾਲ ਕਿਤੇ ਨਾ ਕਿਤੇ ਘੱਟ ਹੈਗਾ। ਕਿ ਜੇਕਰ ਮੈਂ 10 ਬੱਚਿਆਂ ਦੇ ਵੀਜ਼ੇ ਅਪਲਾਈ ਕੀਤੇ ਆਇਲਸ ਨਾਲ, 8 ਜਾਂ 9 ਵੀਜ਼ੇ ਜੇਕਰ ਆ ਰਹੇ ਆ, ਪੀਟੀ ਦੇ ਨਾਲ ਕਿਤੇ ਨਾ ਕਿਤੇ 4, 5, 6 ਵੀਜ਼ੇ ਆਉਂਦੇ ਆ। ਸੋ ਇੰਨਾ ਕਿ ਉੱਪਰ ਥੱਲੇ ਰਿਜ਼ਲਟ ਚੱਲਦਾ ਕੈਨੇਡਾ ਦਾ। ਓਕੇ, ਸੋ ਮਤਲਬ ਕਿ ਆਇਲਸ ਨੂੰ ਜ਼ਿਆਦਾ ਦੇਣੀ ਚਾਹੀਦੀ ਹੈ? ਜੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ, ਪ੍ਰੈਫਰੈਂਸ ਆਪਣੀ ਆਇਲਸ ਦੀ ਰੱਖੋ। ਪੀਟੀ ਦੇ ਨਾਲ ਯੈਸ ਕਰ ਸਕਦੇ ਹੋ, ਬਟ ਕਿਤੇ ਨਾ ਕਿਤੇ ਰਿਜ਼ਲਟਸ ਤੁਹਾਡੇ ਪੀਟੀ ਦੇ ਨਾਲ ਜਿਹੜੇ ਹੈਗੇ ਆ ਉਹ ਉਹਨੇ ਤੁਹਾਡੇ ਫੇਵਰ 'ਚ ਨਹੀਂ ਹੋਣਗੇ। ਓਕੇ, ਸੋ ਹੁਣ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਹੁਣ ਪਹਿਲੀ ਵਾਰੀ ਅਪਲਾਈ ਕਰਨਾ ਹੈ ਜਾਂ ਰਿਫਿਊਜ਼ਲ ਤੋਂ ਬਾਅਦ ਅਪਲਾਈ ਕਰਨਾ, ਹੁਣ ਕਈ ਜਿਹੜੇ ਐਗਜ਼ਾਮਸ ਵੀ ਹੋਏ ਨੇ 10th +2 ਪਾਸ ਹੋਏ ਨੇ, ਤਾਂ ਉਹਨਾਂ ਲਈ ਕੀ ਹੈ ਕਿ ਕਿੱਦਾਂ ਮਤਲਬ ਆਪਣੀ ਫਾਈਲ ਜਿਹੜੀ ਉਹ ਤਿਆਰ ਕਰਨ ਤਾਂ ਕਿ ਉਹਨਾਂ ਦੇ ਕੇਸਿਸ ਇਹ ਵਾਲੇ ਘੱਟ ਹੋਣ? ਦੇਖੋ ਜੀ, ਹੁਣ ਰਿਜ਼ਲਟਸ ਜਿਹੜੇ ਸੀ 12ਵੀਂ ਵਾਲੇ ਬੱਚਿਆਂ ਦੇ CBSE ਦੇ ਵੀ ਆਊਟ ਹੋ ਚੁੱਕੇ ਆ ਐਂਡ ਪੰਜਾਬ ਬੋਰਡ ਦਾ ਰਿਜ਼ਲਟ ਵੀ ਕੱਲ੍ਹ ਆ ਗਿਆ ਐਂਡ ਬੜੇ ਵਧੀਆ ਰਿਜ਼ਲਟਸ ਬੱਚੇ ਨੇ ਦਿੱਤੇ ਹੈਗੇ ਆ। ਹਰ ਬੱਚੇ ਨੂੰ ਇੱਕੋ ਚੀਜ਼ ਮੈਸੇਜ, ਨੋਟਿਸ ਜਾਂ ਰਿਕੁਐਸਟ ਸਮਝ ਲਓ, ਇੱਕੋ ਚੀਜ਼ ਦੇਣਾ ਚਾਹਾਂਗਾ ਕਿ ਜੇਕਰ ਤੁਸੀਂ ਬਾਹਰ ਜਾਣ ਦਾ ਪਲਾਨ ਕਰ ਰਹੇ ਹੋ, ਆਪਣੇ ਵਾਸਤੇ ਪਹਿਲਾਂ ਕੰਟਰੀ ਸ਼ਾਰਟਲਿਸਟ ਕਰ ਲਓ ਕਿ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, US ਜਾਣਾ ਚਾਹੁੰਦੇ ਹੋ, UK ਹੋ ਗਿਆ, ਨਿਊਜ਼ੀਲੈਂਡ, ਜਿਹੜੀ ਮਰਜ਼ੀ ਕੰਟਰੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ। ਜਿਹੜੀ ਕੰਟਰੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਉਸ ਕੰਟਰੀ ਦੇ ਅਕੋਰਡਿੰਗ ਆਪਣੀ ਆਇਲਸ ਜਾਂ ਪੀਟੀ ਦੀ ਤਿਆਰੀ ਕਰਨੀ ਸ਼ੁਰੂ ਕਰ ਲਓ, ਕਿਉਂਕਿ ਅਪਕਮਿੰਗ ਇਨਟੇਕ ਜੇਕਰ ਮੈਂ ਕੈਨੇਡਾ ਦੀ ਗੱਲ ਕਰ ਲਾਂ ਸਤੰਬਰ ਵੀ ਹੈਗਾ, ਦੈਨ ਜਨਵਰੀ ਵੀ ਹੈਗਾ। ਜੇਕਰ ਮੈਂ UK ਦੀ ਗੱਲ ਕਰ ਲਾਂ ਉਹ ਸਤੰਬਰ ਦਾ ਇਨਟੇਕ ਹੈ। ਜੇਕਰ ਮੈਂ ਆਸਟ੍ਰੇਲੀਆ ਦੀ ਗੱਲ ਕਰ ਲਾਂ ਨਵੰਬਰ ਐਂਡ
ਫੈਬ ਦਾ ਇਨਟੇਕ ਹੈਗਾ। ਸੋ ਯੂ ਸਫੀਸ਼ੀਐਂਟ ਟਾਈਮ ਬੱਚੇ ਕੋ ਅੱਜ ਦੀ ਡੇਟ 'ਚ ਹੈਗਾ ਜਿਹੜੇ ਕੈਨੇਡਾ, ਆਸਟ੍ਰੇਲੀਆ ਜਾਂ ਯੂਕੇ ਅਪਲਾਈ ਕਰਨਾ ਚਾਹੁੰਦੇ ਆ। ਸੋ ਜਿਹੜੀ ਵੀ ਕੰਟਰੀ ਅਪਲਾਈ ਕਰਨਾ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਦੇਖ ਕੇ ਜੋ ਤੁਹਾਡੇ ਅਕੈਡਮਿਕ ਨੰਬਰ ਆਏ ਆ, ਜੋ ਤੁਹਾਡੇ ਪਰਸੈਂਟੇਜ ਹੈਗੇ ਐਂਡ ਜੋ ਤੁਹਾਡਾ ਆਇਲਸ ਜਾਂ ਪੀਟੀ ਸਕੋਰ ਆ ਰਿਹਾ, ਆਪਣੀ ਤਿੰਨੇ ਚੀਜ਼ਾਂ ਵੇਖ ਕੇ ਜਿਹੜੀ ਕੰਟਰੀ ਦੀ ਰਿਕੁਆਇਰਮੈਂਟ ਫੁੱਲਫਿਲ ਕਰ ਰਹੇ ਹੋ ਉਧਰਲੇ ਬੰਨੇ ਅਪਲਾਈ ਕਰੋ। ਓਕੇ ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਸੋ ਇਹ ਸੀ ਮੇਰੇ ਨਾਲ ESS ਗਲੋਬਲ ਤੋਂ ਵਿਕਰਮਜੀਤ ਸਿੰਘ। ਅੱਜ ਵੀ ਅਸੀਂ ਰਿਫਿਊਜ਼ਲ ਕੇਸਿਸ ਜਿਹੜੇ ਸੀ ਉਹਨਾਂ ਨੂੰ ਹੀ ਕੰਟੀਨਿਊ ਕੀਤਾ, ਉਹਨਾਂ ਬਾਰੇ ਗੱਲ ਕੀਤੀ, ਕੀ ਰਿਕੁਆਇਰਮੈਂਟਸ ਨੇ, ਕੀ ਐਲੀਜੀਬਿਲਿਟੀ ਕ੍ਰਾਈਟੇਰੀਆਸ ਨੇ, ਉਸ ਸਭ ਬਾਰੇ ਗੱਲ ਕੀਤੀ ਐਂਡ ਆਈ ਹੋਪ ਕਿ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਹੋਣਗੇ। ਬਟ ਫਿਰ ਵੀ ਜੇ ਕੋਈ ਕੁਆਇਰੀਜ਼ ਨੇ ਤੁਸੀਂ ਕਮੈਂਟ ਸੈਕਸ਼ਨਸ ਦੱਸ ਸਕਦੇ ਹੋ ਐਂਡ ਤੁਸੀਂ ESS ਗਲੋਬਲ ਨਾਲ ਕੰਟੈਕਟ ਕਰ ਸਕਦੇ ਹੋ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।